ਸੋ ਦੋਸਤੋ, ਨਵਾਂ ਮੌਜੂ ਜਿਹੜਾ ਸਾਡਾ ਹੈ ਉਹ ਹੈਗਾ ਵੇ ਕਿ ਅਮਰੀਕਾ ਨੇ ਉਹਨਾਂ ਚਾਰ ਕੰਪਨੀਆਂ ਤੇ ਪਾਬੰਦੀਆਂ ਲਾਤੀਆਂ ਜਿਹੜੀਆਂ ਪਾਕਿਸਤਾਨ ਨੂੰ ਬੈਲਿਸਟਿਕ ਮਿਜ਼ਾਈਲ ਦੀ ਤਿਆਰੀ ਜਾਂ ਖਲਾਈ ਤਹਿਕੀਕ ਵਾਸਤੇ ਜਿਹੜੇ ਪੁਰਜੇ ਨੇ ਉਹ ਦਿੰਦੀਆਂ ਸੀ। ਤੇ ਮੌਜੂ ਦੇ ਕੁਝ ਨੁਕਾਤ ਹੈਗੇ ਨੇ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਇਹ ਮਰਹਲਾਵਾਰ ਗੱਲ ਕਿੱਧਰ ਨੂੰ ਜਾ ਰਹੀ। ਤੇ ਸਭ ਤੋਂ ਪਹਿਲੇ ਅਸੀਂ ਇਹ ਵੀ ਵੇਖਾਂਗੇ ਕਿ ਉਹ ਕੰਪਨੀਆਂ ਦੇ ਉੱਤੇ ਪਾਬੰਦੀ ਜਿਹੜੀ ਹੈ ਉਹ ਅਮਰੀਕਾ ਨੇ ਕਿਉਂ ਲਾਈ, ਪਾਕਿਸਤਾਨ ਦਾ ਉਹਦੇ ਉੱਤੇ ਕੀ ਰੱਦੇ ਅਮਲ ਹੈ, ਔਰ ਉਸ ਤੋਂ ਬਾਅਦ ਇਹਨਾਂ ਪਾਬੰਦੀਆਂ ਦੇ ਅਸਰਾਤ ਪਾਕਿਸਤਾਨ ਦੀ ਪਾਲਿਸੀ ਤੇ ਕੀ ਆ ਸਕਦੇ ਨੇ। ਫਿਰ ਇਹ ਵੀ ਵੇਖਾਂਗੇ ਕਿ ਜਦੋਂ ਈਰਾਨੀ ਸਦਰ ਇਬਰਾਹਿਮ ਰਈਸੀ ਨੇ ਪਾਕਿਸਤਾਨ ਆਉਣਾ ਸੀ ਤੇ ਉਸ ਤੋਂ ਪਹਿਲੇ ਇਹ ਵਾਲਾ ਪਾਬੰਦੀਆਂ ਵਾਲਾ ਆਪਸ਼ਨ ਇਸਤੇਮਾਲ ਕਰਕੇ ਅਮਰੀਕਾ ਨੇ ਪਾਕਿਸਤਾਨ ਨੂੰ ਕੀ ਸਿਗਨਲ ਔਰ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੁਕਾਤ ਦੇ ਉੱਤੇ ਅਸੀਂ ਗੱਲ ਕਰਾਂਗੇ ਤੇ ਮਾਮਲਾ ਥੋੜਾ ਜਿਹਾ ਸੰਜੀਦਾ ਔਰ ਹਸਾਸ ਹੈ। ਇਸ ਵਾਸਤੇ ਅਸੀਂ ਕਈ ਜਗ੍ਹਾ ਤੇ ਇਹ ਵੀ ਕੋਸ਼ਿਸ਼ ਕਰਾਂਗੇ ਕਿ ਗੱਲ ਚੰਦ ਲਫ਼ਜ਼ਾਂ 'ਚ ਤੇ ਇਸ਼ਾਰੇ ਕਿਨਾਏ ਦੇ ਵਿੱਚ ਹੋ ਜਾਵੇ। ਜਿੱਥੇ ਖੁੱਲੀ ਗੱਲ ਕਰਨ ਦੀ ਲੋੜ ਹੈ ਅਸੀਂ ਉੱਥੇ ਖੁੱਲ ਕੇ ਵੀ ਗੱਲ ਕਰਾਂਗੇ ਤੇ ਸਮਝਣ ਔਰ ਸਮਝਾਉਣ ਦੇ ਜਿਹੜੇ ਤਰੀਕੇ ਨੇ ਉਹ ਅਸੀਂ ਆਪੇ ਲੱਭ ਲਵਾਂਗੇ ਕਿ ਕੀ ਹੁੰਦੇ ਨੇ। ਤੇ ਜਨਾਬ, ਮਾਮਲਾ ਇਹ ਵੇ ਕਿ ਅਮਰੀਕਾ ਨੇ ਚਾਰ ਕੰਪਨੀਆਂ ਦੇ ਉੱਤੇ ਪਾਬੰਦੀ ਲਾਈ। ਇਹਦੇ ਵਿੱਚੋਂ ਤਿੰਨ ਕੰਪਨੀਆਂ ਜਿਹੜੀਆਂ ਨੇ ਉਹ ਚੀਨ ਦੀਆਂ ਨੇ, ਇੱਕ ਕੰਪਨੀ ਜਿਹੜੀ ਉਹ ਬੈਲਾਰਸ ਦੀ। ਇਹਨਾਂ ਕੰਪਨੀਆਂ ਤੇ ਇਲਜ਼ਾਮ ਕੀ ਲਾਇਆ ਗਿਆ? ਇਲਜ਼ਾਮ ਇਹ ਲਾਇਆ ਗਿਆ ਹੈ ਕਿ ਜਿਹੜੇ ਖਲਾਈ ਤਹਿਕੀਕ ਵਾਸਤੇ ਰਾਕਟ ਇਸਤੇਮਾਲ ਹੁੰਦੇ ਨੇ, ਜਾਂ ਇਹ ਸਮਝ ਲਓ ਕਿ ਪਾਕਿਸਤਾਨ ਨੇ ਫਰਜ਼ ਕੀਤਾ ਇਰਾਦਾ ਕੀਤਾ ਵੇ ਚੰਨ ਤੇ ਆਪਣਾ ਰਾਕਟ ਭੇਜਣ ਦਾ, ਤੇ ਉਹਦੇ ਵਾਸਤੇ ਪਾਕਿਸਤਾਨ ਨੂੰ ਜਿਹੜੇ ਪੁਰਜ਼ੇ ਚਾਹੀਦੇ ਨੇ ਉਹ ਇੰਜਨ ਵੀ ਹੋ ਸਕਦਾ, ਇੰਜਨ ਦੇ ਕੋਈ ਪੁਰਜ਼ੇ ਹੋ ਸਕਦੇ ਨੇ, ਕੋਈ ਹੋਰ ਇਹੋ ਜਿਹੀ ਟੈਕਨੋਲੋਜੀ ਹੋ ਸਕਦੀ, ਤੇ ਉਹ ਵਾਲੇ ਕੰਪਨੀਆਂ ਜਿਹੜੀਆਂ ਨੇ ਉਹਦੇ ਪੁਰਜ਼ੇ ਉਹਨਾਂ ਚੀਜ਼ਾਂ ਦੇ ਦਿੰਦੀਆਂ। ਫਿਰ ਇਹ ਵੀ ਕਿ ਜਿਹੜੇ ਬੈਲਿਸਟਿਕ ਮਿਜ਼ਾਈਲ ਹੁੰਦੇ ਨੇ, ਯਾਨੀ ਇੱਕ ਬਰੇ ਆਜ਼ਮ ਤੋਂ ਦੂਜੇ ਬਰੇ ਆਜ਼ਮ ਤੱਕ 5000 ਕਿਲੋਮੀਟਰ ਤੋਂ ਜ਼ਿਆਦਾ ਮਾਰ ਜਿਹੜੇ ਕਰਦੇ ਨੇ, ਉਹ ਵਾਲੇ ਜਿਹੜੇ ਬੈਲਿਸਟਿਕ ਮਿਜ਼ਾਈਲ ਬਣਾਉਣ ਦੇ ਵਿੱਚ ਵੀ ਇਹ ਪੁਰਜੇ ਇਸਤੇਮਾਲ ਹੁੰਦੇ ਸਨ, ਜਿਹੜਾ ਇਲਜ਼ਾਮ ਹੈ ਕਿ ਇਹ ਕੰਪਨੀਆਂ ਪਾਕਿਸਤਾਨ ਨੂੰ ਫਰਾਹਮ ਕਰਦੀਆਂ ਸਨ। ਔਰ ਇਹਦੇ ਨਾਲ ਇੱਕ ਜਿਹੜੀ ਹੋਰ ਗੱਲ ਹੈ ਉਹ ਇਹ ਸਾਨੂੰ ਨਜ਼ਰ ਆਈ ਕਿ ਪਾਕਿਸਤਾਨ ਦੇ ਜਿਹੜੇ ਤਰਜਮਾਨ ਹੈਗੀਆਂ ਨੇ ਮੁਮਤਾਜ਼ ਜ਼ਹਰਾ ਬਲੋਚ ਦਫ਼ਤਰ ਖਾਰਜਾ ਦੀ, ਉਹਨਾਂ ਕਿਹਾ ਕਿ ਸਾਡੇ ਇਲਮ 'ਚ ਨਹੀਂ ਕਿ ਇਹੋ ਜਿਹਾ ਵਾਕਿਆ ਕੋਈ ਹੋਇਆ ਪਾਬੰਦੀਆਂ ਦਾ। ਲੇਕਿਨ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਕਈ ਦਫਾ ਅਮਰੀਕਾ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਵੇ ਕਿ ਇੱਕ ਦਫਾ ਉਹ ਪਾਬੰਦੀ ਲਾ ਦਿੰਦਾ ਹੈ ਕੋਈ ਬਹਾਨਾ ਇਹੋ ਜਿਹਾ ਲੱਭ ਕੇ ਕਿ ਜਨਾਬ ਇਹ ਪੁਰਜੇ ਜਿਹੜੇ ਨੇ ਇਸ ਕਿਸਮ ਦੇ ਇਹ ਮੁਲਕ ਨੂੰ ਫਰਾਹਮ ਕੀਤੇ ਜਾ ਰਹੇ ਸੀ ਤੇ ਇਹਨਾਂ ਕੰਪਨੀਆਂ ਤੇ ਲੱਗ ਗਈ ਪਾਬੰਦੀ। ਲੇਕਿਨ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹ ਜਿਹੜੀਆਂ ਚੀਜ਼ਾਂ ਨੇ ਉਹ ਕੰਟਰੋਲ ਲਿਸਟ 'ਚ ਹੈਗੀਆਂ ਹੀ ਨਹੀਂ ਸਨ। ਤੇ ਇਹ ਵੀ ਇੱਕ ਵਾਕਿਆ ਉਹਨਾਂ ਨੇ ਕਿਹਾ ਹੋ ਮੁਮਕਿਨ ਇਹਦੇ ਵਿੱਚ ਹੋ ਜਾਵੇ। ਲੇਕਿਨ ਇਹ ਇਮਕਾਨਾਤ ਨੇ ਜਿਨ੍ਹਾਂ ਦੇ ਉੱਤੇ ਮੁਮਤਾਜ਼ ਜ਼ਾਰਾ ਬਲੋਚ ਸਾਹਿਬਾ ਨੇ ਗੱਲ ਕੀਤੀ, ਇਹ ਇਮਕਾਨਾਤ ਨੇ। ਅਮਰੀਕਾ ਨੇ ਦੂਸਰੇ ਪਾਸੇ ਇਹ ਕਰ ਦਿੱਤਾ ਔਰ ਇੰਟਰਨੈਸ਼ਨਲ ਮੀਡੀਆ ਜਿਹੜਾ ਸਾਰਾ ਹੈ ਉਹਦੇ ਵਿੱਚ ਇਹ ਖਬਰ ਬੜੀ ਨੁਮਾਇਆਂ ਹੋ ਕੇ ਛਪੀ ਔਰ ਉਹਦੇ ਉੱਤੇ ਗੱਲ ਵੀ ਹੋਈ। ਖਾਸ ਤੌਰ ਤੇ ਸਾਡਾ ਹਮਸਾਇਆ ਮੁਲਕ ਜਿਹੜਾ ਹੈ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਤਾਂ ਬੜੇ ਚਸਕੇ ਲੈ ਕੇ ਛਾਪਦਾ ਹੈ ਤੇ ਗੱਲ ਕਰਦਾ ਹੈ। ਔਰ ਉਹਨਾਂ ਦਾ ਮੀਡੀਆ ਪਾਕਿਸਤਾਨ ਦੁਸ਼ਮਣੀ ਦੇ ਵਿੱਚ ਜਿਸ ਤਰ੍ਹਾਂ ਬੋਲਦਾ ਹੈ, ਇਹ ਵੀ ਗੱਲ ਕਿਸੇ ਕੋਲੋਂ ਲੁਕੀ ਛੁਪੀ ਤਾਂ ਹੈ ਨਹੀਂ। ਤੇ ਇਹ ਵਾਲੇ ਜਿਹੜੇ ਮਾਮਲਾ ਸਨ ਇਹ ਆਪਣੀ ਜਗ੍ਹਾ ਦੇ ਉੱਤੇ, ਤੇ ਪਾਕਿਸਤਾਨ ਦੀ ਜਿਹੜੀ ਪੋਜੀਸ਼ਨ ਹੈ ਉਹ ਕੀ ਬਣਦੀ ਹੈ ਇਹਦੇ ਵਿੱਚ। ਪਾਕਿਸਤਾਨ ਪਿਛਲੇ ਕਾਫੀ ਅਰਸੇ ਤੋਂ ਬਹਿਰਾਨਾਂ ਦਾ ਸ਼ਿਕਾਰ। ਇਹ ਬਹਿਰਾਨ ਜਿਹੜੇ ਨੇ ਸਿਆਸੀ ਨੋਇਅਤ ਦੇ ਵੀ ਨੇ, ਇਹ ਮਾਸ਼ੀ ਸਤਹ ਤੇ ਵੀ ਉੱਤੇ ਹੈਗੇ ਨੇ, ਔਰ ਇਹਨਾਂ ਦੀ ਇੱਕ ਸਾਨੂੰ ਤਸਵੀਰਾਤੀ ਬੁਹਰਾਨ ਵੀ ਨਜ਼ਰ ਆਉਂਦਾ ਕਿ ਪਾਕਿਸਤਾਨ ਨੇ ਜਿਹੜੇ ਪਿਛਲੇ 70-75 ਸਾਲ ਦੇ ਵਿੱਚ ਇਤਿਹਾਦੀ ਬੈਨ ਅਲ-ਅਕਵਾਮੀ ਬਣਾਏ ਸਨ, ਉਹ ਇਤਿਹਾਦੀ ਇਹਦੇ ਕੋਲੋਂ ਦੂਰ ਹੋਏ ਨੇ। ਯਾਨੀ ਅਲਾਈਅੰਸ ਬਣਾਉਣ ਦਾ ਅਮਲ ਇੱਕ ਹੁੰਦਾ ਹੈ, ਜਿਹੜੀ ਬੈਲੈਂਸ ਆਫ ਪਾਵਰ ਦੀ ਥਿਊਰੀ ਹੈਗੀ ਉਹਦੇ ਵਿੱਚ ਹੁੰਦਾ ਕਿ ਤੁਸੀਂ ਆਪਣੇ ਆਪ ਤਾਕਤਵਰ ਕਰਨ ਵਾਸਤੇ ਨਵੇਂ ਅਲਾਈਅੰਸ ਬਣਾ ਦੋਗੇ, ਤੇ ਜਦੋਂ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਤੇ ਫਿਰ ਉਹਦੇ ਅਲਾਈਅੰਸ ਜਿਹੜੇ ਨੇ ਉਹ ਤੋੜਦੇ ਨੇ। ਤੇ ਪਾਕਿਸਤਾਨ ਦੇ ਜਿਹੜੇ ਅਲਾਈਅੰਸ ਨੇ ਉਹ ਟੁੱਟੇ ਨੇ। ਪਾਕਿਸਤਾਨ ਪਹਿਲੇ ਨੈਟੋ ਦਾ ਨਾਨ ਨੈਟੋ ਇਤਿਹਾਦੀ ਸੀ ਅਮਰੀਕਾ ਦਾ, ਤੇ ਉਹ ਸਟੇਟਸ ਖਤਮ ਹੋ ਗਿਆ। ਫਿਰ ਪਾਕਿਸਤਾਨ ਸਟ੍ਰੈਟੇਜਿਕ ਪਾਰਟਨਰ ਸੀ, ਪਾਕਿਸਤਾਨ ਕੋਲ ਉਹ ਪੋਜੀਸ਼ਨ ਖੋ ਕੇ ਉਹ ਇੰਡੀਆ ਨੂੰ ਮਿਲ ਗਈ, ਉਹ ਹੁਣ ਸਟ੍ਰੈਟੇਜਿਕ ਪਾਰਟਨਰ ਹੈ। ਇਸ ਤੋਂ ਅਗਲੀ ਗੱਲ ਇਹ ਕਿ ਇਸ ਰੀਜਨ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਇਤਿਹਾਦੀ ਮੁਲਕ ਸਨ ਉਹ ਥੋੜੇ ਫਾਸਲੇ ਤੇ ਚਲੇ ਗਏ। ਜਿਹੜੇ ਮੁਲਕ ਕਸ਼ਮੀਰ ਦੇ ਮਾਮਲੇ ਤੇ ਜਿਹੜੇ ਮੁਲਕ
ਪਾਕ ਇੰਡੀਆ ਰਿਲੇਸ਼ਨ ਦੇ ਮਾਮਲੇ 'ਚ ਪਾਕਿਸਤਾਨ ਦੀ ਲਾਈਨ ਲੈਂਦੇ ਸਨ, ਪਾਕਿਸਤਾਨ ਦੀ ਹਮਾਇਤ ਕਰਦੇ ਸਨ, ਉਹ ਜਾਂ ਤਾਂ ਪਾਕਿਸਤਾਨ ਕੋਲੋਂ ਦੂਰ ਹੋ ਗਏ ਨੇ ਪਾਕਿਸਤਾਨ ਦੇ ਹਵਾਲੇ ਨਾਲ, ਜਾਂ ਫਿਰ ਉਹ ਗੈਰ ਜਾਨਬਦਾਰ ਹੋ ਗਏ। ਗੈਰ ਜਾਨਬਦਾਰ ਹੋਣ ਦਾ ਮਤਲਬ ਵੀ ਇਹੋ ਹੀ ਹੈ ਕਿ ਦੂਰ ਹੋਏ ਨੇ, ਕਿਉਂਕਿ ਉਹ ਹੁਣ ਪਾਕਿਸਤਾਨ ਦੇ ਨਾਲ ਨਹੀਂ ਖਲੋਤੇ। ਉਹ ਜੇ ਇੰਡੀਆ ਨਾਲ ਨਹੀਂ ਤਾਂ ਪਾਕਿਸਤਾਨ ਦੇ ਨਾਲ ਵੀ ਨਹੀਂ ਗਏ। ਤੇ ਇੱਕ ਹੋਰ ਇਹਦੇ ਵਿੱਚ ਇਹ ਹੋਇਆ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਸਰਮਾਇਆਕਾਰੀ ਆਉਂਦੀ ਸੀ ਦੁਨੀਆ ਦੇ ਮੁਖਤਲਿਫ ਮੁਲਕਾਂ 'ਚ, ਅਸੀਂ ਵੇਖਿਆ ਮਸਾ ਅਸੀਂ ਵੇਖਿਆ ਕਿ ਜਦੋਂ ਟੈਲੀਕਾਮ ਇੰਡਸਟਰੀ ਨਵੀਂ ਆਈ ਤੇ ਯੂਰਪ ਦੇ ਵੀ ਕਈ ਮੁਲਕਾਂ ਨੇ ਇੱਥੇ ਆ ਕੇ ਇਨਵੈਸਟਮੈਂਟ ਕੀਤੀ ਉਹਦੇ ਵਿੱਚ, ਨਾਰਵੇ, ਸਵੀਡਨ ਵਗੈਰਾ ਉਹ ਆ ਕੇ ਕੀਤੀ। ਉਸ ਤੋਂ ਇਲਾਵਾ ਸਾਨੂੰ ਇਹ ਵੀ ਨਜ਼ਰ ਆਉਂਦਾ ਹੈ ਕਿ ਮੁਖਤਲਿਫ ਦੁਨੀਆ ਦੇ ਜਿਹੜੇ ਕੰਪਨੀਆਂ ਨੇ ਉਹ ਇੱਥੇ ਆਉਂਦੀਆਂ ਰਹੀਆਂ, ਖਲੀਜੀ ਰਿਆਸਤਾਂ ਦੀਆਂ ਕੰਪਨੀਆਂ ਇੱਥੇ ਆਉਂਦੀਆਂ ਰਹੀਆਂ, ਉਹਨਾਂ ਦੇ ਬੈਂਕ ਆਏ ਤੇ ਉਹਨਾਂ ਦੇ ਮੌਸਲਾਤ ਦੇ ਵਿੱਚ ਆਏ ਗਏ, ਔਰ ਉਹਨਾਂ ਨੇ ਹੋਰ ਵੀ ਕਈ ਸ਼ੋਬਿਆਂ ਦੇ ਵਿੱਚ ਕੰਮ ਕੀਤਾ। ਲੇਕਿਨ ਹੁਣ ਪਾਕਿਸਤਾਨ ਕੋਲ ਜਦੋਂ ਗੱਲ ਹੁੰਦੀ ਹੈ ਨਾ ਕਿ ਇਹ ਲੈ ਕੇ ਆਈਏ ਇਨਵੈਸਟਰ, ਤੇ ਪਾਕਿਸਤਾਨ ਨੇ ਬੜੀ ਮਿਹਨਤਾਂ ਨਾਲ ਪਿਛਲੇ ਦਿਨਾਂ 'ਚ ਸਾਊਦੀਆ ਕੋਲੋਂ ਇੱਕ ਡੈਲੀਗੇਸ਼ਨ ਮੰਗਵਾਇਆ। ਉਹ ਬਿਲਾਸ਼ੁਬਾ ਆਲਾ ਸਤਹੀ ਡੈਲੀਗੇਸ਼ਨ ਸੀ, ਲੇਕਿਨ ਹਾਲੇ ਤੱਕ ਕਿਸੇ ਪਾਸੇ ਗੱਲ ਲੱਗਦੀ ਨਜ਼ਰ ਨਹੀਂ ਆ ਰਹੀ। ਤੇ ਇਹ ਜਿਹੜਾ ਅਲਾਇੰਸ ਤੋੜਨ ਵਾਲੀ ਗੱਲ ਹੈ ਨਾ, ਇਹ ਉਹਨੂੰ ਸਾਹਮਣੇ ਰੱਖ ਕੇ ਵੇਖਿਆ ਜੀ ਕਿ ਸਾਡੇ ਕੋਲ ਪਹਿਲੇ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਸਨ, ਸਿਆਸੀ ਸਤਹ ਤੇ ਵੀ, ਮਾਸ਼ੀ ਸਤਹ ਤੇ ਵੀ, ਤੇ ਸਫਾਰਤੀ ਸਤਹ ਤੇ। ਹੁਣ ਸਾਡੇ ਕੋਲ ਆਪਸ਼ਨ ਸੁੱਕੜ ਗਈਆਂ ਨੇ, ਤੇ ਇਹ ਐਵੇਂ ਨਹੀਂ ਸੁੱਕੜੀਆਂ, ਇਹ ਕਿਸੇ ਦੇ ਕਹਿਣ ਤੇ ਜਾਂ ਕਿਸੇ ਦੀ ਮੂਵ ਦੇ ਉੱਤੇ ਸਾਰਾ ਕੁਝ ਹੋ ਰਿਹਾ। ਔਰ ਉਹ ਕੌਣ ਹੈ? ਉਹ ਉਹੀ ਹੈ ਜਿਹਨੇ ਇਹਨਾਂ 4 ਚੀਨੀ ਕੰਪਨੀਆਂ ਦੇ ਉੱਤੇ ਪਾਬੰਦੀ ਲਗਾਈ। ਫਿਰ ਜਨਾਬ ਇਹਨੂੰ ਮੈਂ ਇੱਕ ਹੋਰ ਹਵਾਲੇ ਨਾਲ ਹੀ ਵੇਖਣ ਦੀ ਕੋਸ਼ਿਸ਼ ਕੀਤੀ ਇਸ ਇਸ਼ੂ ਨੂੰ, ਕਿ ਮਾਰਚ 2023 ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਸੈਨੇਟ ਦੇ ਵਿੱਚ ਜਿਹੜੇ ਸੀ ਇਸਾਕ ਡਾਰ ਸਾਹਿਬ, ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਸਾਡੇ ਕੁਝ ਐਸੈਟਸ ਨੇ ਜਿਹੜੇ ਸੈਂਸਿਟਿਵ, ਉਹਨਾਂ ਦੇ ਉੱਤੇ ਦਬਾਓ IMF ਦੇ ਕਰਜ਼ ਦੇ ਅਗੇਂਸਟ, ਕੁਝ ਇਹੋ ਜਿਹੀ ਗੱਲ ਉਹਨਾਂ ਨੇ ਕੀਤੀ। ਅੱਛਾ, ਉਹਦੇ ਉੱਤੇ ਜਿਹੜੇ ਪੀਪਲਜ਼ ਪਾਰਟੀ ਦੇ ਉਸ ਵਕਤ ਸੈਨੇਟਰ ਰਜ਼ਾ ਰਬਾਨੀ ਸਨ, ਉਹਨਾਂ ਨੇ ਵਜ਼ਾਹਤ ਮੰਗ ਲਈ ਸੈਨੇਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਇਸਾਕ ਡਾਰ ਸਾਹਿਬ ਦੱਸਣ ਕਿ ਕੀ ਸਾਡੇ ਜਿਹੜਾ ਜੌਹਰੀ ਪ੍ਰੋਗਰਾਮ ਹੈ ਔਰ ਸਾਡਾ ਜਿਹੜਾ ਪਾਕ ਚੀਨ ਰਿਲੇਸ਼ਨਸ ਨੇ, ਕੀ ਇਹਨਾਂ ਦਾ ਕਹਿਣ ਦਾ ਮਕਸਦ ਇਹ ਵੇ ਕਿ IMF ਇਹ ਕਹਿ ਰਿਹਾ ਕਿ ਅਗਰ ਤੁਸੀਂ ਇਹਦੇ ਤੋਂ ਪਿੱਛੇ ਥੋੜਾ ਜਿਹਾ ਹਟੋ ਤੇ ਫਿਰ ਤੁਹਾਨੂੰ ਕਰਜ਼ੇ ਦੇਵਾਂਗੇ। ਤੇ ਇਹਦੇ ਉੱਤੇ ਫਿਰ ਬਾਅਦ ਦੇ ਵਿੱਚ ਤਾਂ ਤਰਦੀਦ ਆ ਗਈ ਸਾਰੀ, ਕਿਹਾ ਗਿਆ ਕਿ ਐਸੀ ਸੂਰਤ ਹਾਲ ਹੀ ਨਹੀਂ ਹੈ, ਔਰ ਗਲਤਫਹਿਮੀ ਦੇ ਵਿੱਚ ਸਾਰਾ ਕੁਝ ਹੋਇਆ। ਲੇਕਿਨ ਕੁਝ ਹਲਕੇ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਨੂੰ ਇਸ ਰੀਜਨ ਦੇ ਵਿੱਚ ਇੱਕ ਐਸਾ ਮੁਲਕ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਜਿਹੜਾ ਨਾ ਜੀਏ ਤੇ ਨਾ ਮਰੇ, ਉਹਨੂੰ ਉਹਨਾਂ ਕੁ ਦੇ ਦਿੱਤਾ ਜਾਵੇ ਕਿ ਬਮੁਸ਼ਕਲ ਉਹਦੇ ਸਾਹ ਪੂਰੇ ਹੋਣ, ਉਹਦੀ ਮਈਸ਼ਤ ਨੂੰ ਇੰਨਾ ਕੁ ਕਮਜ਼ੋਰ ਕਰ ਦਿੱਤਾ ਜਾਵੇ ਕਿ ਉਹ ਕਿਸੇ ਦੇ ਖਿਲਾਫ ਸਿਰ ਨਾ ਚੁੱਕ ਸਕੇ। ਔਰ ਸਿਰ ਉਹਨੇ ਚੁੱਕਣਾ ਕਿਹਦੇ ਖਿਲਾਫ? ਸਿਰ ਉਹਨੇ ਚੁੱਕਣਾ ਇੰਡੀਆ ਦੇ ਖਿਲਾਫ। ਤੇ ਇੰਡੀਆ ਤੇ ਉਹਦੇ ਦਰਮਿਆਨ 'ਚ ਇੰਨਾ ਫਰਕ ਪਾ ਦਿੱਤਾ ਗਿਆ ਕਿ ਇੰਡੀਆ ਨੂੰ ਇੱਕ ਟੈਕਨੋਲੋਜੀ ਦਿੱਤੀ ਜਾਂਦੀ ਹੈ, ਪੂਰਮਨ ਐਟਮੀ ਟੈਕਨੋਲੋਜੀ ਦਿੱਤੀ ਜਾਂਦੀ ਕਿ ਉਹ ਮੈਡੀਕਲ ਵਾਸਤੇ ਇਸਤੇਮਾਲ ਕਰੇ, ਉਹ ਬਿਜਲੀ ਬਣਾਉਣ ਵਾਸਤੇ ਇਸਤੇਮਾਲ ਕਰੇ, ਉਹ ਖਲਾ ਦੇ ਵਿੱਚ ਜਾਣ ਵਾਸਤੇ ਇਸਤੇਮਾਲ ਕਰੇ। ਤੇ ਜੇ ਉਹੀ ਟੈਕਨੋਲੋਜੀ ਪਾਕਿਸਤਾਨ ਇਸਤੇਮਾਲ ਕਰੇ ਤੇ ਪਾਕਿਸਤਾਨ ਦੇ ਉੱਤੇ ਪਾਬੰਦੀਆਂ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ। ਇਹ ਜਿਹੜਾ ਇੱਕ ਫਰਕ ਹੈ ਨਾ ਪੋਜੀਸ਼ਨ ਦੇ ਵਿੱਚ, ਇਹ ਪਾਕਿਸਤਾਨ ਵਾਸਤੇ ਠੀਕ ਨਹੀਂ ਹੈਗਾ। ਤੇ ਅੱਗੇ ਦਾ ਜਿਹੜਾ ਮੰਜ਼ਰਨਾਮਾ ਇਸ ਰੀਜਨ ਦਾ, ਉਹ ਵੀ ਸਾਨੂੰ ਬਦਲਦਾ ਹੋਇਆ ਨਜ਼ਰ ਆਉਂਦਾ ਹੈ। ਅੱਲਾ ਨਾ ਕਰੇ ਕਿ ਜੋ ਜ਼ੇਨ 'ਚ ਗੱਲਾਂ ਆ ਰਹੀਆਂ ਨੇ ਉਹ ਪੂਰੀਆਂ ਹੋਣ, ਲੇਕਿਨ ਉਹ ਜਿਹੜੇ ਆ ਰਹੇ ਸੀ ਨਾ ਇਬਰਾਹਿਮ ਰਈਸੀ, ਤੇ ਹੋ ਸਕਦਾ ਜਦੋਂ ਤੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਉਹ ਪਹੁੰਚ ਗਏ ਹੋਣ, ਈਰਾਨ ਦੇ ਸਦਰ। ਤੇ ਈਰਾਨ ਇਸ ਵਕਤ ਇਸਰਾਈਲ ਦੇ ਨਾਲ ਜਿਹੜੀ ਜਗ੍ਹਾ ਤੇ ਖਲੋਤਾ ਹੋਇਆ, ਉਹ ਉਹਨਾਂ ਦੇ ਦੌਰੇ ਦਾ ਇੱਕ ਮਕਸਦ, ਉਹ ਪਾਕਿਸਤਾਨ ਆਉਣਗੇ ਤੇ ਪਾਕਿਸਤਾਨ ਦੀ ਸਪੋਰਟ ਹਾਸਲ ਹੋਏਗੀ। ਪਾਕਿਸਤਾਨ ਦੇ ਲੋਕ ਤਾਂ ਈਰਾਨ ਨੂੰ ਸਪੋਰਟ ਕਰ ਰਹੇ ਨੇ ਇਸਰਾਈਲ ਦੇ ਤਨਾਜ਼ੇ ਦੇ ਹਵਾਲੇ ਨਾਲ, ਬਾਲਾਤਰ ਹੋ ਕੇ, ਹਰ ਮਿਸਲਕ ਔਰ ਇਲਾਕੇ ਦੀ ਸਤ੍ਹਾ ਤੋਂ ਬਾਲਾਤਰ ਹੋ ਕੇ ਈਰਾਨ ਨੂੰ ਸਪੋਰਟ ਕੀਤਾ ਪਾਕਿਸਤਾਨ ਦੇ ਲੋਕਾਂ ਨੇ। ਤੇ ਇਹ ਪਾਕਿਸਤਾਨ ਨੂੰ ਲੋਕ ਸੋਚ ਰਹੇ ਨੇ ਕਿ ਕਿਤੇ ਇਹ ਮੈਸੇਜ ਤਾਂ ਨਹੀਂ ਦਿੱਤਾ ਗਿਆ ਕਿ ਅਗਰ ਤੂੰ ਈਰਾਨ ਦੇ ਨਾਲ ਖੜਾ ਹੋਵੇਗਾ ਤੇ ਗੈਸ ਤਾਂ ਤੂੰ ਪਹਿਲੇ ਨਹੀਂ ਲੈ ਸਕਦਾ। ਤੇ ਵੇਖੋ ਨਾ ਕਿ ਸਾਨੂੰ ਇਸ ਪਾਸੇ ਕਹਿ ਰਹੇ ਨੇ ਕਿ ਮਿਜ਼ਾਈਲ ਦੇ ਪੁਰਜੇ ਨਹੀਂ ਤੁਹਾਨੂੰ ਦੇਵਾਂਗੇ, ਦੂਜੇ ਪਾਸੇ ਜਦੋਂ ਚੰਦ ਹਫ਼ਤੇ ਪਹਿਲੇ ਪਾਕਿਸਤਾਨ ਦੇ ਮੁਤਲਕ ਕੁਝ ਲੋਕਾਂ ਨੇ ਅਮਰੀਕੀ ਫੋਰਨ ਆਫਿਸ ਦੇ ਸਪੋਕਸਪਰਸਨ ਨੂੰ ਪੁੱਛਿਆ, ਮੈਥਿਊ ਮਿਲਰ ਨੂੰ, ਕਿ ਜਨਾਬ ਜਿਹੜਾ ਪਾਕਿਸਤਾਨ ਹੈ ਉਹ ਅਗਰ ਈਰਾਨ ਕੋਲੋਂ ਗੈਸ ਨਹੀਂ ਲਵੇ ਤੇ ਅਮਰੀਕਾ ਦਾ ਕੀ ਖਿਆਲ ਹੈ ਇਹਦੇ? ਤੇ ਉਹਨਾਂ ਕਿਹਾ ਅਸੀਂ ਪਾਕਿਸਤਾਨ ਨੂੰ ਮਸ਼ਵਰਾ ਦੇਵਾਂਗੇ ਕਿ ਇਸ ਪ੍ਰੋਜੈਕਟ ਤੋਂ ਪਿੱਛੇ ਰਵੇ, ਕਿਉਂਕਿ ਇਸ
ਦੀ ਵਜ੍ਹਾ ਨਾਲ ਪਾਬੰਦੀਆਂ ਦੀ ਜ਼ਦ ਦੇ ਵਿੱਚ ਆ ਸਕਦਾ ਹੈ। ਤੇ ਕਿਤੇ ਇਹ ਉਹੀ ਪਾਬੰਦੀਆਂ ਤਾਂ ਨਹੀਂ ਪਾਕਿਸਤਾਨ ਵਾਸਤੇ, ਅੱਲਾ ਨਾ ਕਰੇ ਕਿ ਜਿਹੜੇ ਨਜ਼ਰ ਆ ਰਹੇ ਨੇ ਉਹ ਮੁਸ਼ਕਿਲ ਦਿਨ ਸਾਨੂੰ ਵੇਖਣੇ ਪੈਣ। ਤੇ ਜਨਾਬ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ ਤਾਂ ਕਿ ਤੁਹਾਡੇ ਤੱਕ ਇਹ ਵੀਡੀਓਜ਼ ਜਿਹੜੀਆਂ ਨੇ ਪਹੁੰਚਦੀਆਂ ਰਹਿਣ। ਅੱਲਾ ਹਾਫਿਜ਼।